मन तू ज्योत स्वरूप है, अपना मूल पछाण। मन तू ज्योत स्वरूप है। मन तू जोत स्वरूप है, अपना मूल पछाण। गुरु अर्जन देव सच्चे पातशाह ਦੇ ਇਹ ਬਚਨ, ਇਹਨਾਂ ਦੀ ਕਮਾਈ ਹਰ ਬੰਦੇ ਨੂੰ ਕਰਨ ਵਾਸਤੇ ਕਿਹਾ ਗਿਆ ਹੈ ਜਿਸ ਨੇ ਇਸ ਧਰਤੀ ਤੇ ਜਨਮ ਲਿੱਤਾ ਹੈ। ਪਰ ਮਨ ਨੂੰ ਤੇ ਅਸੀਂ ਪਤਾ ਹੀ ਨਹੀਂ ਕਿ ਉਹ ਕੀ ਕਰ ਰਿਹਾ ਹੈ, ਕਿੱਧਰ ਦੌੜ ਰਿਹਾ ਹੈ, ਕਿਹੜੀ ਜੋਤ ਬਾਰੇ ਸਾਨੂੰ ਦੱਸਿਆ ਗਿਆ, ਸਮਝਾਇਆ ਗਿਆ ਹੈ। ਸਾਧ ਸੰਗਤ ਜੀ, ਅੱਜ ਕੁਝ ਕੁ ਵਿਚਾਰਾਂ ਇਸ ਜੋਤ ਦੇ ਉੱਤੇ, ਜੋਤ ਹਜੇ ਕਿਸ ਸਰੂਪ 'ਚ ਬੈਠੀ ਹੈ ਉਸ ਦੇ ਉੱਤੇ, ਔਰ ਉਸ ਨੂੰ ਕਿਸ ਤਰੀਕੇ ਨਾਲ, ਕਿਸ ਦੀ ਮਦਦ ਦੇ ਨਾਲ ਅਸੀਂ ਜੋਤ ਸਰੂਪ ਦੇ ਦਰਸ਼ਨ ਕਰ ਸਕਦੇ ਹਾਂ। ਔਰ ਸੱਚੇ ਪਿਤਾ ਜਿਹੜਾ ਪ੍ਰਕਾਸ਼ ਰੂਪੀ ਹੈ, ਜਿਹਦੇ ਤੋਂ ਅਸੀਂ ਜੋਤ ਸਰੂਪ ਕਿਣਕਾ ਰੂਪ ਬਣ ਕੇ ਨਿਕਲੇ ਹਾਂ, ਉਸ ਦੇ ਨਾਲ ਮਿਲ ਸਕਦੇ ਹਾਂ। ਇਸ ਦੇ ਉੱਪਰ ਚਾਨਣ ਪਾਵਾਂਗੇ। ਵੈਸੇ ਤਾਂ ਸਾਹਿਬ ਮੇਰਾ ਨੀਤ ਨਵਾਂ ਹਰ ਰੋਜ਼ ਦਿਨ ਪ੍ਰਤੀ ਦਿਨ ਕੁਛ ਨਾ ਕੁਛ ਸਮਝ ਦਿੰਦਾ ਹੈ, ਗਿਆਨ ਰੂਪ ਵਿੱਚ ਉਤਰਦਾ ਹੈ। ਹੋ ਸਕਦਾ ਕੱਲ ਮੇਰੀ ਉਹ ਮੱਤ ਨਾ ਸੀ ਜੋ ਅੱਜ ਮੱਤ ਹੈ, ਪਰ ਅੱਜ ਜੋ ਮੈਨੂੰ ਸਮਝ ਆਈ ਉਸ ਹਿਸਾਬ ਨਾਲ, ਉਸ ਦੀ ਕਿਰਪਾ ਦੇ ਨਾਲ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਸੰਗਤ ਨੂੰ ਇਸ ਦੇ ਬਾਰੇ ਥੋੜ੍ਹਾ ਜਿਹਾ ਆਸਾਨ ਰੂਪ ਵਿੱਚ, ਹਰ ਬੰਦੇ ਨੂੰ ਪਹੁੰਚਣ ਦੇ ਵਿੱਚ, ਹਰ ਬੰਦੇ ਨੂੰ ਬੈਠਣ ਦੇ ਵਿੱਚ, ਹਰ ਬੰਦੇ ਨੂੰ ਆਪਣੇ ਆਪ ਦਾ ਮੂਲ ਪਛਾਣਨ ਦੇ ਵਿੱਚ, ਆਪਣੀ ਜ਼ਿੰਦਗੀ 'ਚ ਠਹਿਰਾਵ ਲਿਆਉਣ ਦੇ ਲਈ ਥੋੜ੍ਹੀ ਦੇਰ ਬਹਿਣਾ, ਸਹਿਜਤਾ ਵਿੱਚ ਜੀਵਨ ਜੀਣਾ ਕਿਤਨਾ ਜ਼ਿਆਦਾ ਜ਼ਰੂਰੀ ਹੈ। ਦੌੜ ਲੱਗੀ ਹੋਈ ਹੈ ਤੇ ਜੋਤ ਦੇ ਦਰਸ਼ਨ ਕਿੱਥੋਂ ਕਰਨਾ। ਸਿਰਫ ਤਨ ਕਰਕੇ ਥੋੜ੍ਹੀ ਦੇਰ ਬਿਠਾਣਾ ਆਪਣੇ ਆਪ ਨੂੰ ਪੂਰੇ ਦਿਨ ਦੇ ਵਿੱਚ। ਮੈਂ ਤੇ ਕਹਾਂਗੀ ਕਿ ਅਸੀਂ ਕਈ ਤਰੀਕੇ ਨਾਲ ਕਹਿੰਦੇ ਹਾਂ ਸਵਾਸ ਲਈਏ, ਸਾਸ ਸਾਸ ਸਿਮਰੋ ਗੋਬਿੰਦ। ਹਰ ਸਵਾਸ ਜਿਹੜਾ ਹੈ ਨਾ, ਮੰਨ ਲਓ ਇੱਕ ਧੌਂਕਣੀ ਦੀ ਤਰ੍ਹਾਂ ਹੈ। ਅਹਰਨ ਮਤ ਵੇਦ ਹਥਿਆਰ, ਅਖੀਰਲੀ ਪੌੜੀ ਜਪਜੀ ਸਾਹਿਬ ਜੀ ਦੀ। ਅਹਰਨ ਕਹਿੰਦੇ ਨੇ ਜਦੋਂ ਕਲੀ ਕਰਨ ਵਾਲਾ ਭਾਂਡਾ ਇੱਕ ਪਾਸੇ ਹਵਾ ਦਿੰਦੇ ਨੇ ਤੇ ਉਹ ਪੱਖੀ ਚਲਦੀ ਹੈ ਤੇ ਤੇਜ਼ ਹੁੰਦੀ ਹੈ ਉਹ ਅੱਗ, ਤੇ ਉਹ ਅੱਗ ਪਹਿਲੇ ਕਿਸ ਸਰੂਪ 'ਚ ਹੁੰਦੀ ਹੈ, ਕੋਲਿਆਂ ਨੂੰ ਲਾਈ ਜਾਂਦੀ ਹੈ ਇੱਕ ਚਿੰਗਾਰੀ ਰੂਪ ਦੇ ਵਿੱਚ, ਤੇ ਦੂਸਰੇ ਪਾਸੇ ਧੌਂਕਣੀ ਜਦੋਂ ਚੱਲਦੀ ਹੈ ਹਵਾ ਦੀ ਤੇਜ਼ੀ ਨਾਲ, ਉਹ ਘੁਮਾਉਂਦਾ ਹੈ ਚਰਖੀ ਨੂੰ, ਤੇ ਉਹ ਜਿਹੜੇ ਕੋਲੇ ਨੇ ਨਾ, ਉਹ ਚਿੰਗਾਰੀ ਤੋਂ ਹੌਲੀ 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 ਅੱਗ ਦਾ, ਜੋਤ ਦਾ ਪ੍ਰਚੰਡ ਰੂਪ ਲੈ ਲੈਂਦੇ ਨੇ। ਮੰਨ ਲਓ ਇੱਕ ਚਿੰਗਾਰੀ ਉਸ ਸੱਚੇ ਪਾਤਸ਼ਾਹ ਨੇ, ਅਕਾਲ ਪੁਰਖ ਨੇ ਸਾਡੇ ਅੰਦਰ ਧਰੀ ਹੈ, ਜਿਹਨੂੰ ਕਿਣਕਾ ਮਾਤਰ ਕਹਿੰਦੇ ਨੇ। ਕਿਣਕਾ ਮਾਤਰ ਚਿੰਗਾਰੀ ਸਾਡੇ ਅੰਦਰ ਧਰੀ ਹੈ, ਹਰ ਬੰਦੇ ਅੰਦਰ ਧਰੀ ਹੈ। ਕਬੀਰ ਦੀਨੀ ਜਗਤ ਕੋ ਲੀਨੀ ਜਿਸ ਮਸਤਕ ਭਾਗ। ਕਹਿਣ ਦਾ ਮਤਲਬ ਹੈ ਕਿ ਕਬੀਰ ਜੀ ਕਹਿੰਦੇ ਨੇ ਹੈ ਤਾਂ ਹਰ ਬੰਦੇ ਨੂੰ ਇਹ ਜੋਤ ਦਿੱਤੀ ਹੈ, ਹਰ ਬੰਦੇ ਕੋਲ ਇਹ ਚੀਜ਼ ਹੈ। ਲੀਨੀ ਜਿਸ ਮਸਤਕ ਭਾਗ, ਜਿਸ ਨੇ ਇਹਨੂੰ ਬਹਿ ਕੇ ਲੈ ਲਿਆ ਔਰ ਆਪਣੀ ਸ਼ਵਾਸ ਰੂਪੀ ਗੁਰੂ ਧੌਂਕਣੀ ਹਵਾ ਅੰਦਰ ਉਸ ਚਿੰਗਾਰੀ ਦੇ ਨਾਲ ਥੋੜਾ ਜਿਹਾ ਤਖਾਣ ਦੀ, ਹੋਰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਉਹਦੀ ਉਹ ਚਿੰਗਾਰੀ ਆਪਣੇ ਆਪ ਇੱਕ ਦਿਨ ਅੱਗ ਰੂਪ, ਜਵਾਲਾ ਰੂਪ, ਜੋਤ ਰੂਪ ਲੈ ਸਕਦੀ ਹੈ। ਸਿਰਫ ਕਮੀ ਕਿੱਥੇ ਹੈ? ਨਾ ਗੁਰੂ ਦੇ ਨਾਲ ਬੈਠਣਾ, ਸ਼ਵਾਸ ਰੂਪੀ ਗੁਰੂ, ਪਵਨ ਰੂਪੀ ਗੁਰੂ, ਨਾ ਸਹਿਜਤਾ 'ਚ ਕੁਛ ਸਾਡੇ ਕੋਲ ਸਮੇਂ ਰਹਿ ਗਿਆ ਇਸ ਕਲਯੁਗ ਭਰੀ ਦੁਨੀਆ 'ਚ ਭਟਕਣ ਤੋਂ, ਦੌੜਨ ਤੋਂ,
ਕਿ ਅਸੀਂ ਹੀ ਸਭ ਕੁਝ ਕਰਨਾ ਹੈ, ਪਰਮਾਤਮਾ ਨਾਮ ਦੀ ਕੋਈ ਚੀਜ਼ ਨਹੀਂ। ਪਰ ਗੁਣ ਗਾਈ ਜਾਂਦੇ ਆ, ਰੋਲੇ ਪਾਈ ਜਾਂਦੇ ਆ, ਗੁਰਦੁਆਰੇ 'ਚ ਹਰ ਜਗ੍ਹਾ ਕੀਰਤਨ ਸੁਣਦੇ ਆ, ਅਸੀਂ ਬਹੁਤ ਕਮਾਈ ਕਰਦੇ ਆ। ਸਾਧ ਸੰਗਤ ਜੀ, ਉਹ ਕਮਾਈ ਨਹੀਂ ਹੈ, ਉਹ ਪ੍ਰੈਕਟੀਕਲ ਕਰਨ ਵਾਸਤੇ ਤੁਹਾਨੂੰ ਗਿਆਨ ਸਰੂਪ ਸਤਿਗੁਰੂ ਜੀ ਨੇ ਤੁਹਾਨੂੰ ਉਹ ਰਸਤਾ ਦਿੱਤਾ, ਮਾਰਗ ਦਿਖਲਾਇਆ। ਉਹ ਮਾਰਗ ਹੈ, ਉਹ ਪੰਥ ਹੈ, ਉਹ ਪੰਥ ਚਲਾਇਆ ਸੀ ਤੁਹਾਡੇ ਉੱਤੇ, ਜਿਹਦੇ ਉੱਤੇ ਤੁਸੀਂ ਉਸ ਪੰਥ ਤੇ ਚੱਲਣਾ ਹੈ। ਉਸ ਤੋਂ ਰਸਤਾ ਪੁੱਛੋ ਗੁਰੂ ਕੋਲੋਂ। ਤੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਅੱਗੋਂ ਇਹ ਵੀ ਕਿਹਾ ਕਿ ਪਵਨ ਗੁਰੂ ਅਗਰ ਉਸ ਦਾ ਲੜ ਫੜ ਲੈਂਦੇ ਹੋ ਤੇ ਫਿਰ ਤੁਹਾਨੂੰ ਆਪਣੇ ਆਪ ਦੀ ਪਛਾਣ ਹੋ ਜਾਏਗੀ। ਤੇ ਜੇ ਬਹਿਣ ਦੀ ਜਾਚ ਹੀ ਨਹੀਂ ਆਈ, ਕਿਸ ਤਰ੍ਹਾਂ ਕਰੀਏ, ਕਿਹਦੇ ਕੋਲੋਂ ਪੁੱਛੀਏ, ਦੌੜਾਂਗੇ। ਤੇ ਬਾਬੇ ਨਾਨਕ ਦੀ ਗੱਲ ਕਿਉਂ ਨਾ ਫੜ ਲਈਏ, ਜਿਹੜੇ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਗੁਰ ਦੇ ਦਿੱਤਾ, ਗੁਰ ਦਿੱਤਾ ਗੁਰੂ ਗੁਰੂ ਕਹਿਣ ਦਾ। ਸਵਾਸਾਂ ਦੇ ਨਾਲ ਜਿਤਨੀ ਸ਼ੁਰੂ ਦੇ ਵਿੱਚ ਤੁਸੀਂ ਹਵਾ ਝੱਲੋਗੇ, ਪਹਿਲੇ ਤੇਜ਼ ਧੱਕਣੀ ਪੈਂਦੀ ਹੈ ਤੁਆਖਣੀ, ਉਸ ਨੂੰ ਤੇਜ਼ ਪੱਖੀ ਮਾਰਨੀ ਪੈਂਦੀ ਹੈ ਇੱਕ ਚਿੰਗਾਰੀ ਨੂੰ। ਕੁਝ ਇੱਕ ਦਿਨ ਆਪਣੇ ਸਵਾਸਾਂ ਨੂੰ ਥੋੜਾ ਦੂਣਾ ਕਰਕੇ ਤੇ ਫਿਰ ਸ਼ਾਂਤ ਰੂਪ ਵਿੱਚ ਬਹਿਣਾ ਸ਼ੁਰੂ ਕਰ ਦਈਏ। ਮਾਨੋ ਇਹ ਮਾਲਕ ਦੀ ਭਗਤੀ ਹੈ, ਕਰਨ ਬੈਠੇ ਹਾਂ। ਗਿਆਨ ਨਹੀਂ ਆਪਣਾ ਵਿਖਾਣਾ ਕਿ ਸਾਡੇ ਵਰਗਾ ਹੁਣ ਗਿਆਨੀ ਕੋਈ ਨਹੀਂ। ਗਿਆਨ ਤੇ ਹਜੇ ਆਪਣੇ ਆਪ ਉਹ ਸਰੂਪ ਉਤਰੇਗਾ, ਗਿਆਨ ਸਰੂਪ ਉਹ ਉਤਰੇਗਾ। ਚਿੰਗਾਰੀ ਨੂੰ ਹਲੇ ਅਸੀਂ ਹਵਾ ਦੇਣੀ ਸ਼ੁਰੂ ਕੀਤੀ ਹੈ, ਪਤਾ ਹੀ ਨਹੀਂ ਕਿੱਥੇ ਹੈ ਚਿੰਗਾਰੀ, ਕਿੰਨੀ ਕੁ ਚਿੰਗਾਰੀ ਹੈ ਵੀ ਹੈ ਕਿ ਨਹੀਂ ਹੈ। ਇੱਕ ਦਿਨ ਉਹ ਚਿੰਗਾਰੀ ਜਵਾਲਾ ਰੂਪ ਲੈ ਕੇ ਤਪੇਗੀ। ਤੁਹਾਨੂੰ ਉਸ ਤਪਸ਼ ਦਾ ਔਰ ਕਿਤਨੀ ਸਹਿ ਸਕਦੇ ਹੋ ਉਸ ਤਪਸ਼ ਨੂੰ, ਇਹ ਫਿਰ ਬਾਅਦ ਦੀ ਸਟੋਰੀ। ਕੁਝ ਲੋਕ ਤੇ ਨੇੜਿਓਂ ਹੀ ਉਸ ਤਪਸ਼ ਨੂੰ ਦੇਖ ਕੇ ਭੱਜ ਜਾਂਦੇ ਨੇ, ਇੱਥੇ ਕੀ ਕਰਨਾ ਮੈਂ, ਇੱਥੇ ਤੇ ਬਹੁਤ ਗਰਮੀ ਹੈ, ਬਹੁਤ ਤਪਸ਼ ਹੈ, ਬੜਾ ਸਿਰ ਦੁਖਦਾ ਹੈ, ਬੜਾ ਹਨੇਰਾ ਹੈ। ਪਰ ਇਸ ਗੁਫਾ ਚੋਂ ਤੇ ਨਿਕਲਣਾ ਪੈਣਾ। ਅਗਿਆਨਤਾ ਦੇ ਹਨੇਰੇ ਚੋਂ ਬਾਹਰ ਨਿਕਲਣ ਵਾਸਤੇ ਗੁਰੂ ਦੀ ਬਾਹ ਫੜਨੀ ਪੈਣੀ ਹੈ। ਅੰਧਕੂਪ ਤੇ ਅੰਧੇ ਖੂਹ ਹੈ ਨਾ, ਅੰਧਾ ਖੂਹ ਆ, ਅੰਧਾ ਖੂਹ ਉੱਥੋਂ ਕਿੰਨੇ ਰੱਖਣਾ? ਅੰਧਕੂਪ ਤੇ ਰੱਖ ਲਈਏ, ਉਸ ਮਾਲਕ ਨੇ ਰੱਖਣਾ ਹੈ ਜਿਨੇ ਅੰਦਰ ਉਹ ਚਿੰਗਾਰੀ ਦਿੱਤੀ ਹੋਈ ਹੈ। ਉਸ ਚਿੰਗਾਰੀ ਨੂੰ ਜੋਤ ਸਰੂਪ ਤੱਕ ਦੇਖਣਾ ਜਾਂ ਬੈਠਣਾ, ਦਿਖਾਣਾ ਉਹਦਾ ਕੰਮ ਹੈ, ਉਹ ਦਿਖਾਏਗਾ। ਅੱਜ ਕੱਲ ਤੇ ਇਤਨੇ ਸਾਰੇ ਸਕੂਲ ਖੁੱਲ ਗਏ ਨੇ ਮੈਡੀਟੇਸ਼ਨ ਦੇ, ਔਰ ਉਹਨਾਂ ਵਿੱਚ ਕਿਹਾ ਜਾਂਦਾ ਇੱਥੇ ਧਿਆਨ ਲਾਓ, ਉੱਥੇ ਵੇਖੋ, ਇੰਜ ਦਿਖੇਗਾ। ਫਿਰ ਕੁਛ ਇੱਕ ਲੋਕ ਨਾ ਭਰਮ ਵਿੱਚ ਆ ਜਾਂਦੇ ਨੇ, ਐਵੇਂ ਹੀ ਕਹਿਣਾ ਸ਼ੁਰੂ ਕਰ ਦੇਣਗੇ ਕਿ ਮੈਨੂੰ ਉਹ ਦਿਖਿਆ, ਮੈਨੂੰ ਇਹਦੀ ਆਵਾਜ਼ ਸੁਣਾਈ ਦਿੱਤੀ, ਮੈਨੂੰ ਉਹ ਦਿੱਤੀ। ਮਾਫ ਕਰਨਾ, ਸਭ ਭਰਮ ਨੇ। ਉੱਥੇ ਹੀ ਮੁੜ ਕੇ ਵਾਪਸ ਆ ਜਾਓਗੇ ਬਾਹਰ, ਜਦ ਤੱਕ ਪੂਰੇ ਰੂਪ ਦੇ ਵਿੱਚ ਤੁਹਾਨੂੰ ਸਮਝ ਨਾ ਆਏ ਉਸ ਗੁਰੂ ਦੇ ਦਰ ਤੋਂ ਨਹੀਂ ਉੱਠਣਾ। ਮੈਂ ਇੱਥੇ ਮਰਨ ਵਾਸਤੇ ਹੀ ਆਇਆ ਵਾਂ ਸਤਿਗੁਰ ਤੇਰੇ ਚਰਨਾਂ 'ਚ, ਮੈਂ ਤੈਨੂੰ ਵੇਖ ਕੇ ਛੱਡਣਾ, ਤੇਰੇ ਕੋਲੋਂ ਗਿਆਨ ਲੈ ਕੇ ਛੱਡਣਾ, ਬੱਚੇ ਰੂਪ 'ਚ ਜਾਣਾ। ਉਹ ਤੈਨੂੰ ਹਨੇਰੇ 'ਚੋਂ ਬਾਹਰ ਕੱਢ ਦੇਗਾ, ਤੈਨੂੰ ਤੇਰੇ ਹੀ ਦਰਸ਼ਨ ਕਰਾ ਦੇਗਾ। ਮੁਸਲਮਾਨਾਂ ਵਿੱਚ ਕਹਿੰਦੇ ਨੇ ਨਾ, ਖੁਦ, ਖੁਦਾਈ ਤੇ ਖੁਦਾ। ਅੰਦਰ ਬੈਠਣ ਦਾ ਮਤਲਬ ਹੈ ਜਦੋਂ ਕੂਆਂ ਖੋਦਣਾ ਪੈਂਦਾ, ਖੁਦ ਤੁਸੀਂ ਹੋ ਤੇ ਖੁਦਾਈ ਤੁਸੀਂ ਅੰਦਰ ਕਰਨੀ ਹੈ, ਜਿਹਨੂੰ ਧੌਂਕੜੀ ਕਹਿੰਦੇ ਨੇ। ਉਹ ਅੱਗ ਤੇਜ਼ ਹੋਏਗੀ, ਖੁਦਾਈ ਕਰਦੇ 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 ਹਨੇਰੇ 'ਚ ਇੱਕ ਦਿਨ ਖੂਆ ਖੋਦੋ ਤੇ ਕੀ ਨਿਕਲਦਾ? ਜਲ। ਗੁਰ ਜਲ ਮਿਲ ਕਮਲ ਵਿਗਸ, ਇਹ ਵੀ ਬਾਣੀ 'ਚ ਲਿਖਿਆ। ਗੁਰੂ ਫਿਰ ਕਿਹਦੇ ਨਾਲ ਮਿਲੇਗਾ? ਖੁਦਾਈ ਕਰਦੇ 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 ਬੈਠਣਾ ਆਪਣੇ ਆਪ, ਤੁਹਾਡੇ ਅੰਦਰ ਦੀ ਧੁਆਈ ਕਰਕੇ, ਮਾਂਜ ਕੇ ਜਦ ਤੱਕ ਤੁਸੀਂ ਠਾਣ ਨਹੀਂ ਲਓਗੇ ਮੈਂ ਪੂਰੇ ਤਰੀਕੇ ਨਾਲ ਮੰਜਵਾ ਕੇ ਆਪਣੇ ਆਪ ਨੂੰ ਉਹ ਦੁੱਧ ਲੈਣ ਜਾਣਾ ਹੈ, ਉਹ ਚਾਂਦਨੀ, ਉਹ ਜਲ ਸਰੂਪ ਨਾਲ ਮਿਲਣਾ ਵੈ, ਉਹ ਮੈਨੂੰ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਆਪ ਮੇਲ ਲਏਗਾ, ਆਪੇ ਮੇਲ ਲਏ। ਇਹ ਫਿਰ ਉਹਦੀ ਖੇਡ ਹੈ। ਇੱਕ ਛੋਟਾ ਜਿੰਨਾ ਬੱਚਾ ਜਿਹੜਾ ਅੰਦਰ ਚਿੰਗਾਰੀ ਸਰੂਪ ਲੈ ਕੇ ਆਂਦਾ ਹੈ, ਕਿਆ ਉਹਨੂੰ ਵੀ ਤੇ ਗਿਆਨ ਹੁੰਦਾ ਹੈ ਨਾ ਅੰਦਰ? ਤਦੇ ਤੇ ਉਹਦੀ ਉਹ ਕੋਈ ਤੁਹਾਡੀ ਭਾਸ਼ਾ ਨਹੀਂ ਸਮਝਦਾ, ਪਰ ਉਸ ਨੂੰ ਅੰਦਰ ਉਹ ਚਿੰਗਾਰੀ ਕਿਸ ਤਰ੍ਹਾਂ ਗਿਆਨ ਦੇ ਕੇ ਖਾਣਾ ਪੀਣਾ, ਜਦੋਂ ਮਾਂ ਦੀ ਲੈਂਗੁਏਜ ਵੀ ਨਹੀਂ ਸਮਝਦਾ,
ਪਹਿਲੇ ਹੀ ਦਿਨ ਤੋਂ ਕਿਵੇਂ ਦੁੱਧ ਪੀਣਾ ਸਿੱਖ ਜਾਂਦਾ। ਉਹ ਚਿੰਗਾਰੀ ਸਿਖਾਉਂਦੀ ਹੈ ਨਾ ਅੰਦਰ, ਕਿਤੇ ਨਾ ਕਿਤੇ ਉਹ ਚਿੰਗਾਰੀ ਰੱਖ ਕੇ ਭੇਜੀ ਹੈ ਨਾ। ਉਹ ਗੁਰੂ ਸਰੂਪ ਉਹਦੇ ਨਾਲ ਬੈਠਾ ਹੈ ਨਾ। ਉਸ ਗੁਰੂ ਨੇ ਫਿਰ ਉਸ ਚਿੰਗਾਰੀ ਨੂੰ ਹਵਾ ਦਿੱਤੀ, ਸ਼ਵਾਸ ਦਿੱਤਾ ਨਾ। ਸ਼ਵਾਸ ਆਇਆ ਨਾ, ਉਸ ਸ਼ਵਾਸ ਨੇ ਹੀ ਖੇਡ ਰਚੀ ਹੈ। ਸਾਰੀ ਖੇਡ ਇਸ ਸ਼ਵਾਸਾਂ ਦੀ ਹੈ। ਉਸ ਸ਼ਵਾਸ ਨੇ ਉਸ ਚਿੰਗਾਰੀ ਨੂੰ ਹਲਕੀ ਜੀ ਹਵਾ ਦਿੱਤੀ, ਸਾਹ ਲਿੱਤਾ ਨੱਕ ਰਾਹੀਂ। ਪਹਿਲੇ ਨਾਭੀ ਰਾਹੀਂ ਲੈ ਰਿਹਾ ਸੀ ਮਾਂ ਦੇ ਪੇਟ। ਦੁਨੀਆ 'ਚ ਆ ਕੇ ਉਸਨੇ ਨੱਕ ਰਾਹੀਂ ਜਦੋਂ ਹੀ ਸ਼ਵਾਸ ਲਿੱਤਾ, ਉਹਨੂੰ ਪਤਾ ਚੱਲਿਆ ਹੁਣ ਇਸ ਨੂੰ ਹਵਾ ਦੇਣੀ। ਔਰ ਉਸ ਨੂੰ ਉਸੇ ਟਾਈਮ ਇੱਕ ਡਿਊਟੀ ਵੀ ਮਿਲ ਗਈ ਇਸ ਤਨ ਦੀ। ਕੰਮ ਕਹਿੰਦੇ ਹੋ ਨਾ, ਕੰਮ ਕੀ ਦਿੱਤਾ ਮਾਲਕ ਨੇ? ਇਹੀ ਕੰਮ ਦਿੱਤਾ ਇਸ ਦੁਨੀਆ 'ਚ। ਇਸ ਸਰੀਰ ਨੂੰ ਸਿਰਫ ਦੇਖਭਾਲ ਕਰਨੀ ਇਸ ਮੰਦਰ ਦੀ ਉਸ ਮਾਲਕ ਨੇ ਦੇ ਕੇ ਭੇਜਿਆ। ਇਹਦੇ ਅੰਦਰ ਤੇ ਉਹ ਆਪ ਬੈਠਾ। ਬੁੱਧੀ ਇਤਨੀ ਦੇਗਾ ਜੇ ਉਸ ਮਾਲਕ ਨਾਲ ਥੋੜੀ ਦੇਰ, ਉਸ ਮਾਲਕ ਦੇ ਪਰਮਾਤਮਾ ਦੇ ਉਸ ਮੰਦਰ ਸਰੂਪ ਚ ਉਸ ਮਾਲਕ ਦੇ ਨਾਲ ਨਾ ਬੈਠੇ। ਬਾਹਰ ਦੀਆਂ ਭੁੱਖਾਂ ਤੇ ਉਹਨੇ ਮਿਟਾਣੀਆਂ ਹੀ ਮਿਟਾਣੀਆਂ, ਪਰ ਅਸੀਂ ਕਿਤੇ ਕੁਝ ਬਹੁਤ ਜ਼ਿਆਦਾ ਕਮਾਈਆਂ ਕਰਨ ਦੇ ਔਰ ਆਪਣੇ ਆਪ ਨੂੰ ਰੱਬ ਸਮਝਣ ਦੀ ਭੁੱਲ ਕਰ ਬੈਠੇ ਆ। ਔਰ ਲੱਭਦੇ ਪਏ ਆ ਕਿ ਅਸੀਂ ਹੀ ਕਰਤਾ ਹਾਂ, ਜਦ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਰਤਾ ਪੁਰਖ ਉਹਨੂੰ ਕਿਹਾ ਸੀਗਾ। ਉਹ ਚਲਾਉਂਦਾ ਪਿਆ। ਕਿਵੇਂ ਚਲਾਇਆ? ਜਿਵੇਂ ਇੱਕ ਬੱਚੇ ਨੂੰ ਚਲਾਇਆ। ਸਿਰਫ ਉਹਨੇ ਇੱਕ ਵਾਰੀ ਰੋਇਆ, ਮਾਂ ਨੂੰ ਫੌਰਨ ਪਤਾ ਚੱਲ ਗਿਆ ਇਹਨੂੰ ਭੁੱਖ ਲੱਗੀ। ਉਹ ਦੁਨਿਆਵੀ ਮਾਂ ਸੀ। ਬੜੇ ਸਵਾਲ ਆਣਗੇ, ਬੜੇ ਸਵਾਲ ਆਣਗੇ, ਪਰ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਨੇ ਆਪਣੇ ਆਪ ਤੁਹਾਨੂੰ ਅੰਦਰੋਂ ਖੋਜਣੇ ਔਰ ਮਿਲਦੇ ਚਲੇ ਜਾਣਗੇ ਜੇ ਤੁਸੀਂ ਉਸ ਖੁਦਾਈ ਤੱਕ, ਉਸ ਗੁਰੂ ਨਾਲ ਜੁੜੋਗੇ ਤਾਂ। ਖੁਦਾਈ ਕਰੋਗੇ ਤੇ ਖੁਦਾ ਤੱਕ ਪਹੁੰਚੋਗੇ। ਗੁਰੂ ਨਾਲ ਜੋੜੋਗੇ ਤੇ ਮਾਲਕ ਕੋਲ ਲੈ ਜਾਏਗਾ, ਮਾਲਕ ਨਾਲ ਮੇਲ ਕਰਾ ਦੇਗਾ। ਅੱਖਾਂ ਜੋ ਦੇਖਦੀਆਂ ਨੇ, ਅੱਖਾਂ ਦੇ ਨਾਲ ਤੁਸੀਂ ਕਹੋ ਕਿ ਰੱਬ ਮਿਲ ਜਾਏਗਾ, ਇਹ ਸਿਰਫ ਉਹਨੇ ਭਰਮ ਪਾਲਿਆ ਹੋਇਆ। ਇਹ ਭਰਮ ਦਿੱਤਾ ਤੁਹਾਨੂੰ ਇਸ ਤਨ ਦੀ ਰੋਟੀ ਕਮਾਉਣ ਵਾਸਤੇ, ਸਿਰਫ ਔਰ ਸਿਰਫ ਇਸ ਤਨ ਦੇ ਵਾਸਤੇ, ਆਪਣੇ ਇੱਕ ਤਨ ਵਾਸਤੇ, ਕੱਲੇ ਤੇਰੇ ਵਾਸਤੇ। ਤੇ ਤੂੰ ਰੋਟੀ ਕਮਾ ਕੇ ਆਰਾਮ ਨਾਲ ਖਾ ਸਕਦਾ ਔਰ ਦੇ ਵੀ ਦੇਗਾ। ਤੂੰ ਸੋਚ, ਜਦੀ ਜਿਤਨਾ ਕੁਝ ਤੂੰ ਜੋੜਨ ਦੀ ਕੋਸ਼ਿਸ਼ ਕਰ ਰਿਹਾ, ਕਿਆ ਆਪਣੇ ਵਾਸਤੇ ਜੋੜ ਰਿਹਾ? ਤੈਨੂੰ ਜੋ ਡਿਊਟੀ ਅਸਲੀ ਮਿਲੀ ਸੀ ਇਸ ਦੁਨੀਆ ਤੇ ਆ ਕੇ, ਤੂੰ ਕੀ ਕਰਨਾ? ਆਪਣੇ ਜੋਤ ਨੂੰ ਪਛਾਣਨਾ, ਆਪਣਾ ਮੂਲ ਪਛਾਣਨਾ। ਮੂਲ ਬਹੁਤ ਛੋਟਾ, ਜਿਹੜਾ ਜਦੋਂ ਛੋਟੇ ਬੱਚੇ ਨੂੰ ਉਹਨੇ ਮੂਲ ਦੇ ਵਿੱਚ ਦੱਸ ਦਿੱਤਾ ਕਿ ਤੂੰ ਕਿਵੇਂ ਖਾਣਾ ਹੈ, ਕਿਵੇਂ ਰੋਏਗਾ ਤੇ ਤੈਨੂੰ ਆਪੇ ਤੇਰੇ ਭੋਜਨ ਦਾ ਇੰਤਜ਼ਾਮ ਹੋ ਜਾਏਗਾ, ਜਿਹਦੀ ਝੋਲੀ 'ਚ ਪਾਇਆ ਤੈਨੂੰ। ਉਹ ਤੈਨੂੰ ਰੱਬ ਸਰੂਪ ਮਾਂ ਹੀ ਦਿੱਤੀ ਹੈ। ਉਹ ਤੇਰੀ ਖੜਾਏਗੀ ਵੀ, ਤੇਰੀ ਰਾਖੀ ਵੀ ਕਰੇਗੀ, ਪਰ ਨਾਲ ਨਾਲ ਉਸ ਮਾਲਕ ਨੇ ਬਾਂਹ ਨਹੀਂ ਛੱਡੀ। ਉਹ ਦੁਨਿਆਵੀ ਮਾਤਾ ਸੀ, ਦੁਨਿਆਵੀ ਪਿਤਾ ਸੀ, ਪਰ ਜਿਹੜਾ ਉਹ ਸੱਚਾ ਪਿਤਾ ਹੈ, ਅਸਲ ਗਿਆਨ ਅੰਦਰੋਂ ਦੀ ਸਾਰੀ ਜ਼ਿੰਦਗੀ ਸੋਚ ਕੇ ਦੇਖਣਾ ਕਰੇ। ਹਰ ਕਦਮ ਤੇ ਮਾਤਾ ਪਿਤਾ ਦੇ ਨਾਲ ਨਹੀਂ ਸੀਗੇ, ਉਹ ਮਾਲਕ ਨਾਲ ਰਿਹਾ ਤੇਰੇ ਹਰ ਕਦਮ ਤੇ। ਔਰ ਤੈਨੂੰ ਹਰ ਕਦਮ ਤੇ, ਹਰ ਫਰੰਟ ਤੇ, ਹਰ ਸਿਚੁਏਸ਼ਨ ਤੇ ਨਿਕਲਣ ਦਾ ਗਿਆਨ ਮਿਲ ਸਕਦਾ ਹੈ। ਪਰ ਤੂੰ ਅੱਜ ਕੱਲ ਕੀ ਸੋਚਿਆ ਇਸ ਹਨੇਰੇ ਵਿੱਚ? ਸ਼ਾਇਦ ਇਹ ਗਿਆਨ ਜਿਹੜਾ ਮੇਰੇ ਤੋਂ ਜ਼ਿਆਦਾ ਮੇਰੇ ਸਾਹਮਣੇ ਵਾਲਿਆਂ ਦੇ ਕੋਲ ਹੈ, ਦੂਜਿਆਂ ਕੋਲ ਹੈ, ਜਿਹੜੇ ਖੁਦ ਭੇਡਾਂ ਦੀ ਤਰ੍ਹਾਂ ਭਟਕ ਰਹੇ ਨੇ। ਉਹਨਾਂ ਭੇਡਾਂ ਕੋਲ ਬਿਲਕੁਲ ਵੀ ਗਿਆਨ ਨਹੀਂ ਹੈ। ਤੇਰੇ ਗੁਰੂ ਨੇ ਤੈਨੂੰ ਪਹਿਲੇ ਸਵਾਸ ਨਾਲ ਗਿਆਨ ਦੇ ਦਿੱਤਾ ਸੀਗਾ ਕਿ ਮੰਗ ਲੈ, ਮਿਲ ਗਈ ਰੋਟੀ। ਚਲਣਾ, ਖੇਡਣਾ, ਰੰਗ ਦਿਖਾਏ, ਤੂੰ ਤੇ ਉਲਝ ਕੇ ਰਹਿ ਗਿਆ। ਇਹ ਰੰਗ ਤੇਰੇ ਵਾਸਤੇ ਹੀ ਖੇਡ ਦਿੱਤੇ ਨੇ ਉਹਨੇ, ਇਹ ਸਰੀਰ ਨੂੰ ਖੜਾਉਣ ਵਾਸਤੇ, ਦਿਖਾਉਣ ਵਾਸਤੇ, ਸਭ ਮਾਣ। ਪਰ ਕਿਧਰੇ ਆਪਣੀ ਜੋਤ ਨੂੰ ਵਿਸਾਰ ਕੇ ਤੇ ਨਹੀਂ ਚਲਾ ਗਿਆ, ਜਿਹੜਾ ਅਸਲੀ ਤੇਰਾ ਕੰਮ ਸੀਗਾ, ਜੋਤ ਨੂੰ ਵੇਖਣਾ। ਇਸ ਜੋਤ ਦੇ ਵਿੱਚ ਕੀ ਕੁਝ ਛਿਪਿਆ ਹੋਇਆ?
ਮਾਲਕ ਦੇ ਗੁਣ ਛਿਪੇ ਹੋਏ ਨੇ। ਜਿਹੜਾ ਇਤਨਾ ਜਿਹਾ ਗਿਆਨ ਦੇ ਸਕਦਾ ਹੈ, ਉਸ ਚਿੰਗਾਰੀ ਦੇ ਅੰਦਰ ਕਿਤਨੀ ਵੱਡੀ ਜਵਾਲਾ ਬਣ ਸਕਦੀ ਹੈ, ਕਿਤਨਾ ਤੇਜ਼ ਹੋ ਸਕਦਾ ਹੈ। ਉਹ ਤੇਜ਼ ਤੁਸੀਂ ਹੋ ਪਾ ਸਕਦੇ ਹੋ ਖੁਦਾਈ करके, बैठ के विचार करके, गुरु का शब्द विचार, गुरु का अखर विचार। एक अखर जे मन वसे और जन्म ना आए। जे एक अखर नाल ही तेनों समझ आ गई, दूसरा जन्म ही खत्म ही कर देगा कि तेनों ये मिट्टी दिती क्यों। मिट्टी इस करके दिती सी शरीर रूपी कि ਇਹਦੇ ਵਿੱਚ ਉਹਨੇ ਇੱਕ ਬੀਜ ਰੱਖ ਦਿੱਤਾ, ਇੱਕ ਚਿੰਗਾਰੀ ਰੱਖ ਦਿੱਤੀ ਹੈ ਤੇ ਮਿੱਟੀ ਦੇ ਵਿੱਚ ਦੀਵਾ ਬਾਲ ਲੈ, ਜੋਤ ਜਗਾ ਲੈ। ਚਿੰਗਾਰੀ ਦਿੱਤੀ ਹੈ, ਹਵਾ ਕਿੰਨੇ ਦੇਣੀ ਹੈ? ਗੁਰੂ ਹਵਾ ਰੂਪ ਹੈ, ਪਵਨ ਰੂਪੀ ਹੈ। ਪਵਨ ਗੁਰੂ ਚਿੰਗਾਰੀ ਨੂੰ ਹਵਾ ਕਿੰਨੇ ਦੇਣੀ ਹੈ? ਤੇ ਬਹਿ ਕੇ ਹਵਾ ਦਿੱਤੀ ਜਾਂਦੀ ਹੈ। ਜਦੋਂ ਕਿਤੇ ਦੌੜ ਕੇ ਇੱਕ ਦੀਵੇ ਨੂੰ ਦੜਾਇਆ ਜਾਵੇ, ਕਿਆ ਉਹ ਬੁਝ ਨਹੀਂ ਜਾਂਦਾ? ਤੇ ਸਾਡੀ ਦੌੜ ਜਦੋਂ ਬਾਹਰ ਦੀ ਤਰਫ ਹੈ, ਅਸੀਂ ਅੰਦਰ ਨਹੀਂ ਆ ਉਹ ਚਿੰਗਾਰੀ ਨੂੰ ਹਵਾ ਦਿੱਤੀ, ਤੇ ਬਾਹਰ ਦੀ ਵਿੱਚ ਸਾਡੀ ਸ਼ਕਤੀ ਖਰਚ ਹੋ ਜਾਂਦੀ ਹੈ। ਸ਼ਾਮ ਨੂੰ ਥੱਕੇ ਹਾਰੇ ਘਰ ਆਨੇ ਆ, ਗੁਰੂ ਫਿਰ ਸ਼ਵਾਸ ਰੂਪੀ ਅੰਮ੍ਰਿਤ ਜਲ ਤੈਨੂੰ ਸਵਾ ਕੇ ਕੁਝ ਇੱਕ ਖਣ, ਕੁਝ ਇੱਕ ਘੰਟੇ ਫਿਰ ਤੈਨੂੰ ਚਾਰਜਿੰਗ ਦੇ ਦਿੰਦਾ ਵਾ। ਕਿਆ ਇਸੇ ਤਰ੍ਹਾਂ ਉਹਦੇ ਕੋਲੋਂ ਲੈ ਕੇ ਦਾਤਾਂ ਲੁੱਟ ਕੇ ਖਜ਼ਾਨੇ ਲੈ ਕੇ ਉਹਦੇ ਵੱਲ ਬਿਲਕੁਲ ਝਾਤ ਨਹੀਂ ਕਰਨੀ ਕਿ ਅਸਲ ਚੀਜ਼ ਕੀ ਹੈ? ਫਿਰ ਫਰੈਸ਼ ਹੋ ਕੇ ਜਾਣਾ ਵਾ, ਫਿਰ ਦੁਨੀਆ ਦੀ ਦੌੜ 'ਚ ਲੱਗ ਜਾਣਾ ਵਾ ਕਮਾਈਆਂ ਕਰਨ ਵਾਸਤੇ। ਅਸਲ ਕੀ ਹੈ? ਅਗਰ ਇਤਨੀ ਜੀ ਚਾਰਜਿੰਗ ਲੈ ਕੇ, बैटरी चार्ज करके रात, वो भी मैं नहीं करता, मैं खुद ते कदी अपने आप नाल बैठा ही नहीं, चार्जिंग लित्ती नहीं उस मालक कोलों। चार्जिंग तुसी भी लवो, मैं ये कह रही हूँ 50% अगर वो दिंदा, मैं तो कह रही हूँ ਉਹਦੇ ਕੋਲੋਂ ਅਸੀਂ ਲੈਂਦੇ ਹੀ ਰਾਤ ਦੇ 2 ਜਾਂ 3 ਘੰਟੇ ਸੋ ਕੇ, ਤਦ ਵੀ ਕੋਈ ਹੋਰ ਹੀ ਦੌੜ, ਅੰਮ੍ਰਿਤ ਵੇਲੇ ਦੀ ਦੌੜ 'ਚ ਦੌੜੀ ਫਿਰਨੇ। ਉਹ ਮਾਲਕ ਪੂਰਾ ਦਿਨ ਤੁਹਾਨੂੰ ਚਾਰਜ ਕਰਦਾ ਪਿਆ। ਤੁਸੀਂ ਆਪਣੀ ਸ਼ਵਾਸਾਂ ਨਾਲ ਜੁੜੋ, ਉਠਤ ਬੈਠਤ ਸੋਵਤ ਜਾਗਤ, ਇਹ ਸ਼ਵਾਸ ਰੂਪੀ ਅੰਮ੍ਰਿਤ ਜਲ। ਫालतू ਦੀਆਂ ਗੱਲਾਂ ਸਾਰੀਆਂ ਕਿਸੇ ਨਾਲ ਕਰਨਾ। ਇਸ ਜਲ ਨੂੰ ਜਿਹੜਾ ਤੁਸੀਂ ਇਕੱਠਾ ਕਰ ਰਹੇ ਹੋ ਨਾ, ਇਹਨੂੰ ਫਿਰ ਖਰਚ ਨਾ ਕਰਨਾ। ਇਹ ਊਰਜਾ ਜਿਹੜੀ ਇਕੱਠੀ ਹੋ ਰਹੀ ਹੈ, ਇਹਨੂੰ ਖਰਚ ਨਾ ਕਰਨਾ ਫालतू ਦੇ ਲੋਕਾਂ ਨਾਲ ਬਹਿਸਬਾਜ਼ੀ ਕਰਕੇ, ਫालतू ਦੇ ਲੋਕਾਂ ਨਾਲ ਉਲਝ ਕੇ। ਮੈਂ ਬੜੀ ਮੁਸ਼ਕਲ ਨਾਲ ਇਹ ਕਮਾਈ ਕੀਤੀ ਹੈ, ਬੜੀ ਮੁਸ਼ਕਲ ਨਾਲ ਇਹ ਧਨ ਇਕੱਠਾ ਕੀਤਾ ਹੈ। ਇਹ ਕਮਾਈ ਜੇ, ਇਹ ਖੁਦਾਈ ਜੇ, ਖੁਦਾ ਤੱਕ ਪਹੁੰਚਣ ਵਾਲੀ, ਉਸ ਅੰਮ੍ਰਿਤ ਸਰੂਪੀ ਸਰੋਵਰ ਤੱਕ ਪਹੁੰਚਣ ਵਾਲੀ। समझ रहे ना? ये चार्जिंग है तुहाडी। आस पास इस जल च बैठे हो, जिहड़े गुरु बैठते सी, रहिंदे गुरु दरियाओ विच, तुसीं भी सब दरियाओ विच ही हो। गुर जल मिल, गुरु नूं इत्थे जल भी किहा गया मिल, ते ए कमल मिट्टी दे जिहड़ा कमल खिलिया, खिल जाएगा, खिला सकदे हां, चिंगारी रूप बीज है अंदर। ये गल कही गई है। ਅੱਜ ਤੇ ਇਤਨੀ ਕਿ ਮੈਨੂੰ ਸਮਝ ਆਈ। ਜੇ ਮੈਨੂੰ ਕੁਝ ਹੋਰ ਮਾਲਕ ਸਮਝ ਦੇਗਾ ਤੇ ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ। ਬਸ ਤਨ ਨੂੰ ਬਿਠਾਣਾ ਸ਼ੁਰੂ ਕਰੀਏ, ਥੋੜੀ ਦੇਰ ਵਾਸਤੇ ਹੀ ਸਹੀ। ਨਹੀਂ ਆਪਣੀ ਇਹ ਨਾ ਕਹਿਣਾ ਕਿ ਮੈਨੂੰ ਸਮਝ ਨਹੀਂ, ਮੈਨੂੰ ਕਿਵੇਂ ਕਰਨਾ। ਤੂੰ ਤੇ ਕੁਝ ਕਰਨਾ ਹੀ ਨਹੀਂ, ਕਰਦਾ ਤੇ ਕਰਦਾ ਪਿਆ ਨਾ। ਉਹ ਕਰਤਾ ਕਰ ਰਿਹਾ, ਉਹਨੇ ਕਰਦੇ ਰਹਿਣਾ ਹੈ। ਉਹਨੇ ਜਦ ਤੱਕ ਤੈਨੂੰ ਜਿੰਦਾ ਰੱਖਣਾ ਹੈ ਨਾ, ਇਹਦਾ ਮਤਲਬ ਉਹਨੇ ਕਰਦੇ ਹੀ ਰਹਿਣਾ ਹੈ। ਉਹ ਕਰਤਾ ਕਰ ਹੀ ਰਿਹਾ ਹੈ, ਤੈਨੂੰ ਖਾਲੀ ਬਿਠਾਣਾ ਹੈ। ਉਸਦੇ ਬਾਅਦ ਬਿਠਾ ਕੇ, ਜਦੋਂ ਬੱਚੇ ਨੇ ਰੋ ਕੇ ਅੰਨ ਮੰਗਿਆ ਸੀ ਸਰੀਰ ਵਾਸਤੇ, ਅੱਜ ਉਹ ਬੈਠ ਕੇ ਉਸ ਮਾਲਕ ਦੇ ਕੋਲੋਂ ਝੂਠ ਦਾ ਅੰਦਰ ਉੱਠੀ ਜਾਣ ਤੋਂ, ਵਿਚਾਰਾਂ ਨਾਲ ਲੜਨਾ ਨਹੀਂ, ਉਹਨਾਂ ਕੋਈ ਗੱਲ ਨਹੀਂ ਕਰਨੀ, ਬਹਿਸਬਾਜ਼ੀ ਨਹੀਂ ਕਰਨੀ। ਆਣਗੇ ਕਿਉਂਕਿ ਭਟਕਾਣਗੇ, ਕਿਉਂਕਿ ਬੜੇ ਟਾਈਮ ਦੇ ਅਸੀਂ ਬਾਹਰ ਵਾਲੀ ਦੁਨੀਆ ਨਾਲ ਲੱਗੇ ਹੋਏ ਨਾ, ਕਿੰਨੇ ਸਾਲ ਹੋ ਗਏ ਨੇ, ਕਿੰਨੇ ਸਾਲ ਹੋ ਗਏ ਨੇ। ਜੇ ਛੋਟੀ ਜਿੰਨੀ ਗੱਲ ਨੂੰ ਅਸੀਂ ਸਮਝ ਜਾਵਾਂਗੇ ਤੇ ਸ਼ਾਂਤੀ ਵੀ ਮਿਲੇਗੀ, ਭਟਕਾਅ ਵੀ ਖਤਮ ਹੋਏਗਾ, ਗਿਆਨ ਵੀ ਮਿਲੇਗਾ, ਤੇ ਜੋਤ ਦੇ ਦਰਸ਼ਨ ਵੀ ਹੋਣਗੇ, ਤੇ ਆਪਣੇ ਨਾਲ ਵੀ ਮਿਲਾ ਲੇਗਾ। ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਜਿਹੜੇ ਖੁਦਾਈ ਕਰਕੇ ਪਹੁੰਚੇ ਨੇ ਖੁਦਾ ਤੱਕ, ਇਹ ਉਹਨਾਂ ਨੇ ਕਈਆਂ ਨੇ, ਤੇ ਰਸਤਾ ਦੂਸਰੇ ਪਾਸੇ ਆ ਖੁਦਾਈ ਕਰਨ ਦਾ।
ਹਲੇ ਤੇ ਹਵਾ ਹਵਾ ਮਾਰ ਕੇ ਤੁਸੀਂ ਉਸ ਚਿੰਗਾਰੀ ਨੂੰ ਕਿਤਨੀ ਦੇਰ ਤੱਕ ਕਿੰਨੀ ਚਿੰਗਾਰੀ ਨੂੰ ਹਵਾ ਦੇਣੀ ਪਏਗੀ ਕਿ ਉਹ ਛੋਟੀ ਜਿੰਨੀ ਚਿੰਗਾਰੀ ਨੂੰ ਕਿਤਨੀ ਜ਼ਿਆਦਾ ਮਿਹਨਤ ਕਰਨੀ ਪਏਗੀ, ਬਗੈਰ ਕੁਝ ਪੁੱਛੇ, ਬਗੈਰ ਕੁਝ ਸਵਾਲ ਕੀਤੇ। ਚਿੰਗਾਰੀ ਦੀ ਗਰਮੀ ਨਹੀਂ ਬਰਦਾਸ਼ਤ ਕਰ ਪਾਏ ਕਿ ਇਹ ਤਾਂ ਤੱਤੀ ਹੋਣੀ ਸ਼ੁਰੂ ਹੋ ਗਈ, ਇਹ ਤਾਂ ਸੇਕ ਲੱਗਣਾ ਸ਼ੁਰੂ ਹੋ ਗਿਆ, ਇਹ ਤਾਂ ਪਾਂਬੜ ਮਚਣੇ ਸ਼ੁਰੂ ਹੋ ਗਏ, ਇਹ ਤੇ ਅੱਗ ਲੱਗਣੀ ਸ਼ੁਰੂ ਹੋ ਗਈ, ਅਸੀਂ ਹਨੇਰੇ 'ਚ ਨਹੀਂ ਬੈਠ ਸਕਦੇ। ਤੇ ਫਿਰ ਤੁਸੀਂ ਉੱਥੋਂ ਤੱਕ ਜਿਹੜਾ ਰਸਤਾ ਹੈ ਅਗਲਾ, ਉੱਥੋਂ ਤੱਕ ਤੇ ਡਰ ਜਾਓਗੇ। ਥੋੜਾ ਜਿਹਾ ਤੇ ਤੈਨੂੰ ਇੱਕ ਕੋਲੇ ਤੱਕ ਦੀ ਤੇ ਤੈਨੂੰ ਚਿੰਗਾਰੀ ਬੰਨਣੀ ਪਏਗੀ, ਇੱਕ ਕੋਲਾ ਤੇ ਜਲਾਣਾ ਪਏਗਾ, ਬਾਕੀ ਦੇ ਕੋਲੇ ਸਾਰੇ ਜਲ ਜਾਣਗੇ ਆਪਣੇ ਆਪ। ਤੇਰੇ ਆਸ-ਪਾਸ ਜਿਹੜੀ ਜੋਤ ਸਰੂਪ ਹੈ ਤੈਨੂੰ ਆਪੇ ਦਰਸ਼ਨ ਕਰਾਏਗਾ। ਉਹ ਬੜਾ ਦਿਆਲੂ ਹੈ, ਇੱਕ ਇੱਕ ਸਵਾਸ ਨਾਲ ਤੇਰੀ ਰੱਖਿਆ ਕਰ ਰਿਹਾ। ਇਤਨੇ ਦਿਆਲੂ परम पिता परमात्मा, मालक, साईं, जल, खुदा, बहुत नाम दिते गए ने उसਨੂੰ। पर असी ना वो नामां विच ही भटक के रह जाने, क्योंकि कोई किधरों कुछ आवाज मार के कहता नहीं मैं खुदा किया ते खुदा विच ही वसदा पिया, होर कुछ नहीं है। दूजा कहता मैं राम किया ते राम कहन नाल ही तू जाएगा उत्थे, हालांकि बंदा उत्थे इक्को ही है। एक बाबे ने की कहा सी, एक ओंकार। एक दा इशारा तदे कीता सी कि मैं तां बह गया हुण टिक के, ते इस एक दे नाल जिधरों मर्जी आ जावां, जेड़ा मर्जी रस्ता फड़ लवां। जे कोई दूसरी गल करदा पिया ना ते मैं पहले इत्थे बैठा ते सही, फिर देखां कि सारे पासियों आने वाले रस्ते कित्थे आंदे पे ने, इहदे नाल आके जुड़दे पे ने एक नाल। हुण एक नाल ये भी ना कहना मैं इत्थे ध्यान ला ला, मैं ते वो भी छड्ड देवांगी। मैं कहांगी तुसीं किते भी ध्यान ना लाओ, शरीर दे अंदर किते भी ना लाओ, आपे ओहदी खेड वो जाने कि मैनूं नहीं पता इत्थे ध्यान लाना कि इत्थे लाना, बस मैनूं ते श्वास लैण दा पता है। इस तो अगे वो तूं दित्ते सीगे, उदों भी अज्ञानता नाल आया सीगा। ਗਿਆਨ ਨਾ ਕਿਤੇ ਉਹਦੇ ਸਾਹਮਣੇ ਦੁਨੀਆ ਦਾ ਗਿਆਨ ਲੈ ਕੇ ਬਹਿ ਜਾਣਾ ਕਿ ਫਲਾਣੇ ਨੇ ਇੰਜ ਕਿਹਾ ਸੀਗਾ, ਢਿੰਗਰੇ ਨੇ ਇੰਜ ਕਿਹਾ ਸੀ। ਮੈਂ ਤੇ ਖੁਦ ਕਹਿ ਰਹੀ ਹਾਂ ਕਿ ਮੇਰੀ ਗੱਲ ਨੂੰ ਅਗਰ ਤੁਸੀਂ ਸਮਝ ਸਕੋ ਤੇ ਠੀਕ ਹੈ। ਸਮਝਣ ਦਾ ਮਤਲਬ ਕਿ ਤੁਸੀਂ ਗੁਰੂ ਨਾਲ ਇਹ ਗੱਲ ਕਹੀ ਗਈ ਹੈ, ਨਾ ਕਿਸੇ ਗੱਲ 'ਚ ਪੈਣਾ, ਅਗਿਆਨ ਬੱਚੇ ਦੀ ਤਰ੍ਹਾਂ ਬਹਿਣਾ, ਅਵਗੁਣ ਭਰੇ ਕਹਿ ਕੇ ਬਹਿਣਾ, ਬਾਲਕ ਦੀ ਤਰ੍ਹਾਂ ਬਹਿਣਾ, ਬਾਰਕ ਵਾਂਗੂ ਸਭ ਕੁਝ ਮੰਗਾ ਤੇ ਉਹ ਵਾਲੀਆਂ ਦਾਤਾਂ ਨਾ ਮੰਗਾ ਜਿਹੜੀਆਂ ਦਾਤਾਂ ਨੇ ਮੈਨੂੰ ਕੁਝ ਨਹੀਂ ਦਿੱਤਾ। ਉਹ ਆਪਣੇ ਆਪ ਜੀਵਨ ਜਾਪਨ ਕਰਨ ਦਾ ਤੇਰਾ ਸਰਬੰਧ ਪ੍ਰਬੰਧ ਕਰੀ ਬੈਠਾ, ਬਣਾਈ ਬੈਠਾ। ਉਹ ਸਭ ਪ੍ਰਬੰਧ ਕੀਤੇ ਹੋਏ ਨੇ ਉਸਨੇ। ਜਿਤਨਾ ਸ਼ਾਂਤ ਰਹਿ ਜਾਏਗਾ, ਮਾਲਕ ਤੈਨੂੰ ਕਦੇ ਵੀ ਭੁੱਖਾ ਨਹੀਂ ਰਹਿਣ ਦੇਗਾ। ਉੱਡ ਉੱਡ ਕੇ ਤੈਨੂੰ ਦੋ ਰੋਟੀਆਂ ਹੀ ਨੇ। पर हुण की है, इच्छावां इन्नियां ज़्यादा बना लियां हुईयां मैं। ਇਹ भी तो जरूरी है, सोने कपड़े पाना भी तो जरूरी है, फलानी जगह ते जाना, घूमना, पार्टियां करनियां। अरे मालक तेनों खुद इतना आनंद भी दे देगा, घर बैठिया भी दे देगा, अंदर बैठिया भी दे देगा, जो तेनों बाहर इन्नी जगह ते जाके भी नहीं प्राप्त होया। फिर भुखे दा भुखा रह गया, वो शीतलता नहीं मिली, वो ठंड नहीं पई, वो भुख नहीं मरी। ये नहीं कि तेनों लजाएगा नहीं, ये भी गल ना भुल जाना कि तेनों लजाएगा नहीं, तेनों लजाएगा भी। वो जो उन्हें प्रबंध किए ने, जिथे जिथे तेरे दाने बिखेरे ने, तू नहीं जानदा। उन्हें की पता पूरी दुनिया च तेरे दाने बिखेरे, तेनों पूरी दुनिया घुमानी हो, पूरा ब्रह्मंड घुमाना हो। देखो मालक दियां कई खेडां देखो, जिहड़े पहुंचे ने वो खंड ब्रह्मंड तक पहुंचे ने। ते फिर तू छोटी दौड़ लानी है ते वड्डी दौड़ लानी है, तू देखना है। और जदों वड्डी दौड़ उस मालक तक दी दौड़ लै जाओगे ना, ते फिर वो समुंदर दे विच कित्थे तक ले जा सकदा। एक समुंदर दी ते खाली एक उदाहरण दित्ती है, मैं ते कहांगी समुंदर दी ते उदाहरण दित्ती है। गुरु गोबिंद सिंह पातशाह दी
एक गल तो सिर्फ इतना अंदाजा अंदाजा सिर्फ और सिर्फ अंदाजा लगा लवो कि अगर यानी ਤੁਹਾਡੀ ਦੌੜ ਕਿਤਨੀ ਖਿੱਚ ਪੂਰਨ ਹੋਣੀ ਚਾਹੀਦੀ ਹੈ, ਕਿਤਨਾ ਸੰਕਲਪ ਕਰਨਾ ਪਏਗਾ ਆਪਣੇ ਆਪ ਨਾਲ, ਮੈਂ ਤੇ ਮਰ ਕੇ ਵੀ ਤੇਰੇ ਨਾਲ ਮਿਲਣਾ ਮਾਲਕ। ਅਗਰ ਇਤਨਾ ਵੱਡਾ, ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਇਤਨੀ ਵਡਿਆਈ ਕੀਤੀ ਗਈ ਹੈ, ਇਤਨਾ ਭਗਤਾਂ ਦਾ ਵਡਿਆਈ ਦੱਸੀ ਗਈ ਹੈ, ਅਗਰ ਪੂਰੇ ਸਮੁੰਦਰ ਦੇ ਨਾਲ ਵੀ ਮੈਂ ਤੇਰੀ ਵਡਿਆਈ ਲਿਖਾਂ ਨਾ ਪਾਤਸ਼ਾਹ, ਤੇ ਥੋੜੀ ਤੁਸੀਂ ਜਾਣਦੇ ਹੋ ਇੱਕ ਜੀਵਨ ਵੀ ਘੱਟ ਪੈ ਜਾਏਗਾ, ਕਈ ਜੀਵਨ ਜ਼ਿੰਦਗੀਆਂ ਖਤਮ ਹੋ ਜਾਣਗੀਆਂ ਪਾਤਸ਼ਾਹ ਤੇਰੀਆਂ ਵਡਿਆਈਆਂ ਲਿਖਣ ਵਾਸਤੇ। ਫਿਰ ਉਹ ਕਿਤਨਾ ਵੱਡਾ ਹੋਏਗਾ। ਤੇ ਅਸੀਂ ਸਾਰੇ ਵੱਡੇ ਨੂੰ ਉਹ ਦਿਖਾ ਸਕਦਾ ਹੈ ਜੇ ਤੂੰ ਉਹਦੇ ਨਾਲ ਜੁੜ ਜਾਏਗਾ। ਉਹ ਆਪਣੀ ਅੰਗੀਕਾਰ ਕਰੇ, ਉਹ ਤੇਰਾ ਕਾਰਜ ਸਭ ਸਵਾਰਨਾ। ਪਾਤਸ਼ਾਹ ਨੇ ਅਗਰ ਇਹ ਗੱਲ ਕਹੀ ਹੈ ਨਾ, ਇਹਦੇ ਵਿੱਚ ਕਿਤਨਾ ਵੱਡਾ ਰਾਜ ਸਮਝਿਆ ਕਿ ਸਾਡੀਆਂ ਦੌੜਾਂ ਬੇਕਾਰ ਨੇ, ਬਿਲਕੁਲ ਯੂਜ਼ਲੈਸ ਨੇ। ਪਰ ਅਗਰ ਇਤਨਾ ਕभी टिकाव करना, ठहराव करना, जितनी भुख बाहर दी है, अगर अंदर दी भी थोड़ी थोड़ी भुख मिटानी शुरू कर दईए, मान लो चम्मच चम्मच जल भी असी लेना शुरू कर दईए इस समुंदर चों, कुछ एक क्षण बता के, कुछ एक पल बता के गुरु दे नाल चम्मच चम्मच जल भी। गल्लां ऐसियां ने कि शब्दां दे नाल उस चीज़ नूं नहीं दस्सिया जा सकदा, पर फिर भी वो ठंड की गल करदी है, उस प्यास की गल करदी है। ऐसी प्यास बुझाएगा हौली हौली करके कि जे तुसी चम्मच चम्मच पीना शुरू किया ना वरत्यो, ना कुछ दिखे अंदर, मैं क्या उहदे नाल बहना जरूरी है। इस तो वध की कहो, वे नहीं दिखाया जद तक तू मैं तेरा दर ते नहीं उठना। ढीठ होए मांगो, तेरे दर ते मैनू अजे भी कुछ नहीं मिलिया, अज दी क्लास च भी मैं बहना है, कल भी कुछ नहीं मिलिया श्वासन नाल मैं बहना है, परसों भी नहीं मिलिया मैं बहना है, मैनू ना मिले सारी जिंदगी मैं तद भी बहना है। क्या सी ना, एक नारद मुनि नूं किसी बंदे ने कहा कि परमात्मा मैनू तपस्या कर रहा सी, कदों मिलेगा? एक बंदे ने, नारद मुनि कहते ठीक है मैं भगवान कोलों पुछ के आवांगा। ते भगवान जी ने उन्होंने कहा कि वापस आया नारद मुनि ते कहा कि मैनू कदों मिलणगे परमात्मा? ते कहता कि इस पेड़ के उत्ते जिहड़े थोड़े जे पत्ते रह गए ने हरे, तैनूं उदों मिल जाएगा परमात्मा। ते उदास हो गया, कहता इतनी टाइम तो मेहनत कर रहा वां, हले भी इतना टाइम लगेगा, हले भी इन्ना टाइम लगेगा। ते दूसरा बंदे ने भी पूछया कि मैनूं परमात्मा कदों मिलेगा? ते ओहदा हरा भरा दरखत सीगा पूरा पत्तियां नाल। उन्हें आख्या कि तैनूं इतने जन्म लग सकते ने हले परमात्मा नाल मिलन दे। ते ओह खुशी नाल उछलण लग गया। दसो परमात्मा नूं पाण दी कितनी वड्डी चाह होएगी उस बंदे दे अंदर कि मिल जाएगा मैनूं, फिर ते मिल जाएगा ना। कहंदा हाँ मिल जाएगा फिर। और जिस बंदे ने, जिस ऋषि ने, मैनूं नहीं पता उसकी इस ऋषि का की नाम है, चाहे कहानियां ही समझ लो, जल्दी ढह ढेरी कर लिती, चाहे थोड़े एक पत्ते रह गए सीगे, ते उन्होंने यह गल कही गई कि तैनूं परमात्मा इन्हां पत्तियां दे बाद मिल जाएगा जदों ये झड़ जाणगे इतने। ते ओह ढह ढेरी हो गया, अपने आ हौसले नूं उत्थे ही ढा बैठा, वो तो खत्म हो गया, उन्हें तो मिलन की चाह खत्म कर दी। पर जिसने कहा इतने पत्ते झड़न के बाद मैनूं मालक मिल जाएगा, उस बंदे नूं जदों नारद मुनि वापस आके गल करन लगे ते उस बंदे नूं मालक ने पहले दर्शन दे दिते, क्योंकि मालक इच्छा देखदा है। जे तुसी बिठा के अपने आप नूं मैनूं मिले या ना मिले मैं तेरा दर नहीं छड्डना, मैं बहना इत्थे चुप करके मौन हो के, जिस तरह मैं बच्चा आया सी ते मैनूं पता भी नहीं सीगा कि अजे रोटी मिलेगी कि नहीं मिलेगी इस दुनिया च आके, इस संसार च आके। कमाई तो मैं कदे कुछ कीती नहीं, स्वासां दी कमाई कर रहा सी ना उस वक्त, हुण भी मैं स्वासां दी ही कमाई करन लगा वां, इत्थे बहन लगा वां, अज भी मैं करांगा। पूरे 1 साल तक ते माँ उन्होंने अपनी छाती दा दुध पियांदी है ना, ये याद रखना।
ਬਾਹਰ ਦੀ ਕਮਾਈ ਹੈ ਚੱਲ ਕੇ ਕਰਨੀ ਹੈ, ਗਿਆਨ ਮਿਲਣਾ ਹੈ, ਉਹ ਬਹੁਤ ਜ਼ਿਆਦਾ ਮਿਲਦਾ ਹੈ, ਉਹ ਮਾਲਕ ਹੀ ਦਿੰਦਾ ਹੈ। ਜਾਂ ਮਾਂ ਬੜਾ ਕੁਝ ਆਪਣੇ ਗਿਆਨ ਅਨੁਸਾਰ ਸਿਖਾਉਂਦੀ ਹੈ ਆਪਣੇ, ਲੇਕਿਨ 1 ਸਾਲ ਤੱਕ ਤੇ ਬਗੈਰ ਕੁਝ ਸੁਣੇ, ਜਦੋਂ ਉਹਨੂੰ ਭਾਸ਼ਾ ਵੀ ਨਹੀਂ ਆਉਂਦੀ, ਮਾਂ ਆਪਣੀ ਛਾਤੀ ਦਾ ਦੁੱਧ ਦਿੰਦੀ ਹੈ ਨਾ, ਜਦੋਂ ਤੂੰ ਬੈਠੇਗਾ ਉਸ ਪਾਤਸ਼ਾਹ ਦੇ ਨਾਲ, ਯਾਦ ਰੱਖਿਓ ਇਸ ਮੇਰੇ ਬਚਨ ਨੂੰ, ਯਾਦ ਰੱਖਿਓ 1 ਸਾਲ ਤੱਕ ਸ਼ਵਾਸਾਂ ਨਾਲ ਜੁੜੇਗਾ, ਤੈਨੂੰ ਆਪਣੀ ਛਾਤੀ ਦਾ ਦੁੱਧ ਤੇ ਪਿਆਏਗੀ ਨਾ, ਇਤਨਾ ਤੇ ਵਿਸ਼ਵਾਸ ਰੱਖੋ। ਮੰਗਣਾ ਨਹੀਂ, ਮੰਗਣਾ ਨਹੀਂ, ਬੜਾ ਇਕੱਠਾ ਕਰ ਲੈਤਾ ਹਲੇ ਤੇਰੇ ਕੋਲ ਇਤਨਾ ਕੁ ਹੈ, 1 ਸਾਲ ਤੱਕ ਤੇਰਾ ਗੁਜ਼ਾਰਾ ਹੋ ਸਕਦਾ ਹੈ, ਉਹਨਾਂ 'ਚ ਉਲਝਣ ਦੀ ਜ਼ਰੂਰਤ ਨਹੀਂ, 1 ਸਾਲ ਤੱਕ ਤੇ ਅਜ਼ਮਾਨ ਦੀ ਕੋਸ਼ਿਸ਼ ਕਰ। ਮੈਨੂੰ ਠਹਿਰਾਵ ਆਉਂਦਾ, ਮੈਨੂੰ ਸ਼ਾਂਤੀ ਮਿਲਦੀ ਹੈ, ਮੇਰੇ 'ਚ ਸਹਿਜਤਾ ਆਉਂਦੀ ਹੈ, ਮੈਨੂੰ ਮੇਰੀ ਭੁੱਖ ਮਿਟੀ ਹੈ, ਛਾਤੀ ਨਾਲ ਲਗਾ ਕੇ ਰੱਖਿਆ ਹੋਇਆ ਹੈ। ਤੇਰਾ ਭਰੋਸਾ ਹੁਣ ਹੈ ਜਾਂ ਤੂੰ ਖੁਦ ਅਜਮਾਨਾ ਹੈ? ਆਪਣੇ ਮਨ ਨੂੰ ਬਿਠਾ ਕੇ ਕਹਿ ਪੁੱਛਣਾ, ਦੌੜ ਗੁਰੂ ਵੱਲ ਦੀ ਹੈ, ਗੁਰੂ ਨਾਲ ਬਹਿਣ ਦੀ ਹੈ ਜਾਂ ਮਨ ਨਾਲ ਬਹਿਣ ਦੀ? ਮਨ ਜੀਤੇ ਜਗ ਜੀਤ। ਵਾਹਿਗੁਰੂ ਜੀ।